ਸਤਿ ਸ੍ਰੀ ਅਕਾਲ ਜੀ। ਅੱਜ ਆਪਣੀ ਰੀਡਿੰਗ ਸੈਕਸ਼ਨ ਦੀ ਫਸਟ ਵੀਡੀਓ ਆ ਜਿਹਦੇ ਵਿੱਚ ਦ ਡੋਵਰ ਬਰਾਊਨਜ਼ ਏਜ ਬੋਟ ਕਵਰ ਕਰਾਂਗੇ ਜੀ। ਇਸ ਪੈਸੇਜ ਨੂੰ ਆਪਾਂ ਸੋਲਵ ਕਰਾਂਗੇ। ਹਾਂਜੀ, ਫਸਟ 5 ਫਿਲ ਦੀ ਬਲੈਂਕਸ। ਫਿਲ ਦੀ ਬਲੈਂਕਸ ਲਈ ਮੈਂ ਤੁਹਾਨੂੰ ਅੱਜ ਦੋ ਟੈਕਨੀਕਸ ਦੱਸੂਗਾ ਜੀ। ਫਸਟ ਟੈਕਨੀਕ ਹੋਊਗੀ, ਤੁਸੀਂ ਜਦੋਂ ਵੀ ਫਿਲਨ ਦੀ ਬਲੈਂਕ ਕਰਨੀ ਆ, ਜਿਹੜੀ ਵੀ ਫਿਲਨ ਦੀ ਬਲੈਂਕ ਕਰੋਗੇ ਉਹਨੂੰ ਕੁਐਸਚਨ 'ਚ ਤਬਦੀਲ ਕਰਨਾ ਗਾ ਜੀ। ਆਪਾਂ ਹੁਣੇ ਇਸ ਨੂੰ ਐਗਜ਼ਾਮਪਲ ਦੇ ਕੇ ਤੁਹਾਨੂੰ ਦੱਸੂਗਾ। ਸੈਕਿੰਡ ਟਿਪ ਜੀ, ਫਿਲਨ ਦੀ ਬਲੈਂਕਸ ਲਈ ਹੁੰਦੇ ਆ ਪਾਰਟਸ ਆਫ ਸਪੀਚ ਵਿਚ ਆਰ ਵੈਰੀ ਇੰਪੋਰਟੈਂਟ ਟੂ ਲਰਨ। ਕਿਹੜੇ ਕਿਹੜੇ ਹੁੰਦੇ ਆ? ਐਡਜੈਕਟਿਵ, ਨਾਊਨ, verb, adverb. If you want to correct all the fill in the blanks, you must learn these parts of speech, how they are used. हाँ जी, फर्स्ट fill in the blank देखो। The boat was discovered during the construction of a dash. ਪਹਿਲੀ ਗੱਲ ਤਾਂ ਦੇਖੋ A ਆ ਗਿਆ ਇੱਥੇ। ਜਦੋਂ ਵੀ A ਆ ਜੇ, ਠੀਕ ਹੈ ਜੀ, ਓਬਵੀਅਸ ਜੀ ਗੱਲ ਆ ਕਿ ਉੱਥੇ ਨਾਊਨ ਆਊਗਾ ਅਤੇ ਨਾਊਨ ਵੀ ਕੀ ਹੋਊਗਾ? ਸਿੰਗੂਲਰ ਹੋਊਗਾ ਜੀ। ਜੇ ਤੁਹਾਡੀ ਨੌਲੇਜ ਇੱਥੋਂ ਤੱਕ ਪਾਰਟਸ ਆਫ ਸਪੀਚ ਦੀ ਹੈਗੀ, ਤੁਸੀਂ ਬਹੁਤ ਹੀ ਜਲਦੀ ਫਿਲਨ ਦੀ ਬਲੈਂਕਸ ਲਗਾ ਪਾਓਗੇ। ਹਾਂਜੀ, ਹੁਣ ਕੁਐਸਚਨ 'ਚ ਕਿਵੇਂ ਤਬਦੀਲ ਕੀਤਾ? ਦ ਬੋਟ ਵਾਜ਼ ਡਿਸਕਵਰਡ ਡਿਊਰਿੰਗ ਦ ਕਿਹਦੀ ਕੰਸਟਰਕਸ਼ਨ ਦੌਰਾਨ ਬੋਟ ਨੂੰ ਡਿਸਕਵਰ ਕੀਤਾ ਗਿਆ ਸੀ? ਕੋਈ ਚੀਜ਼ ਬਣ ਰਹੀ ਸੀਗੀ। ਹੁਣ ਦੇਖਦੇ ਹਾਂ ਜੀ ਇੱਧਰ। It was 1992 in England. Workmen were building a new road. ਕੀ ਬਣਾ ਰਹੇ ਸੀਗੇ ਜੀ? Road through the heart of the Dover to connect the ancient port and the Channel Tunnel. ਇਹਨਾਂ ਨੂੰ ਕਨੈਕਟ ਕਰਦਾ ਸੀ। ਹੁਣ ਬਣ ਕਿਹੜੀ ਚੀਜ਼ ਰਹੀ ਸੀ? ਰੋਡ। ਠੀਕ ਹੈ ਜੀ, ਏ ਵੀ ਪਿਆ ਗਾ ਜੀ। ਠੀਕ ਹੈ, ਨਾਊਨ ਆਉਣਾ ਚਾਹੀਦਾ ਸਿੰਗੂਲਰ, ਉੱਧਰ ਵੀ ਏ ਮਿਲਦਾ। ਕਈ ਵਾਰ ਆਰਟੀਕਲ ਇੱਦਾਂ ਹੀ ਹੁੰਦੇ ਆ, ਜਦੋਂ ਆਰਟੀਕਲ ਲੱਗਿਆ ਹੋਵੇ ਤਾਂ ਉੱਧਰ ਵੀ ਮੋਸਟ ਆਫ ਦਾ ਟਾਈਮ ਆਰਟੀਕਲ ਹੀ ਲੱਗਿਆ ਹੁੰਦਾ ਗਾ। ਹਾਂਜੀ, ਹੁਣ ਆਨਸਰ ਕੀ ਹੋਣਾ ਚਾਹੀਦਾ ਸੀ? ਰੋਡ। ਹੁਣ ਕੰਸਟਰਕਸ਼ਨ ਨੂੰ ਕੀ ਕਹੇ? ਸਿਨੋਨਿਮ ਕੀ ਵਰਤਿਆ ਜੀ ਇਹਦਾ? ਬਿਲਡਿੰਗ। ਸੈਕਿੰਡ, ਐਨ ਇੰਟਰਨੈਸ਼ਨਲ, ਆ ਦੇਖੋ ਇੱਧਰ ਵੀ ਕੀ ਆਰਟੀਕਲ ਲੱਗਿਆ। ਐਨ ਇੰਟਰਨੈਸ਼ਨਲ ਡੈਸ਼ ਵਾਜ਼ ਹੈਲਡ ਟੂ ਗੈਦਰ ਇਨਫੋਰਮੇਸ਼ਨ। ਕਿਹੜੀ ਚੀਜ਼ ਸੀਗੀ ਜਿਹੜੀ ਕਰਵਾਈ ਗਈ ਸੀਗੀ ਇਨਫੋਰਮੇਸ਼ਨ ਨੂੰ ਗੈਦਰ ਕਰਨ ਦੇ ਲਈ? ਹੁਣ ਇੱਥੇ ਵੀ ਸਿੰਗੂਲਰ ਚੀਜ਼ ਆਊਗੀ। ਕਿਹੜੀ ਚੀਜ਼ ਆਊਗੀ? ਹਾਂਜੀ, ਕੀਵਰਡ ਆਪਣਾ ਵਧੀਆ ਸੀਗਾ 2002 ਆ ਪਿਆ ਜੀ। ਇੱਥੋਂ ਤੱਕ ਪੜ੍ਹਦੇ ਹਾਂ। ਇਨ 2002 ਔਨ ਦਾ 10th ਐਨੀਵਰਸਰੀ ਆਫ ਦਾ ਡਿਸਕਵਰੀ ਦੀ 10ਵੀਂ ਐਨੀਵਰਸਰੀ 'ਤੇ ਦ ਡੋਵਰ ਬਰਾਊਨਜ਼ ਏਜ ਬੋਟ ਟਰਸਟ, ਜਿਹੜੀ ਟਰਸਟ ਸੀਗੀ ਉਹ ਹੋਸਟਡ ਆ। ਕੀ ਹੋਸਟ ਕੀਤਾ ਸੀਗਾ? ਕਾਨਫਰੰਸ। ਹੋਸਟ ਮੈਨੂੰ ਕਹਿੰਦਾ ਕਰਵਾਉਣਾ, ਅਤੇ ਇੱਧਰ ਕੀ ਕਿਹਾ ਸੀ? ਹੈਲਡ। ਇੱਧਰ ਪੈਸਿਵ ਬਣਿਆ ਹੋਇਆ ਸੀਗਾ, ਇੱਧਰ ਕੀ ਬਣਾਤਾ? ਐਕਟਿਵ ਬਣਾਤਾ। ਹੋਸਟ ਕੀਤੀ ਸੀ ਅਤੇ ਇੱਧਰ ਐਨ ਲੱਗਿਆ ਹੋਇਆ ਸੀ, ਇੱਧਰ ਏ ਲੱਗਿਆ। ਕਿਹੜੀ ਚੀਜ਼ ਹੈ? ਕਾਨਫਰੰਸ। ਅਤੇ ਗੈਦਰ ਇੰਟਰਨੈਸ਼ਨਲ ਨੂੰ ਕੀ ਕਹਿਤਾ ਜੀ? ਵੇਅਰ ਦਿਸ ਮੀਟਿੰਗ ਆਫ ਡਿਫਰੈਂਟ ਟਰਡੀਸ਼ਨਸ। ਇਹਦਾ ਸਿਨੋਨਿਮ ਕੀ ਹੋ? ਡਿਫਰੈਂਟ ਟਰਡੀਸ਼ਨ ਮੀਨ ਵੱਖਰੇ ਵੱਖਰੇ, ਫਿਰ ਇੰਟਰਨੈਸ਼ਨਲ ਹੋ ਗਏ, ਬਿਕੇਮ ਐਪੈਰੈਂਟ। ਸੋ ਆਨਸਰ ਇਜ਼ ਕਾਨਫਰੰਸ। ਹਾਂਜੀ, ਥਰਡ 2004 ਆ ਪਿਆ ਜੀ। ਹੁਣ ਇੱਥੇ ਵੀ ਦੇਖੋ 2004 ਮਿਲ ਗਿਆ। ਡੈਸ਼ ਫॉर ਦ ਰੀਕਨਸਟਰਕਸ਼ਨ ਵਰ ਪ੍ਰੋਡਿਊਸਡ। ਹੁਣ ਵਰ ਲੱਗਿਆ ਹੋਏਗਾ, ਕਿਹੜੀ ਚੀਜ਼ ਪ੍ਰੋਡਿਊਸ ਕੀਤੀ ਗਈ ਸੀਗੀ ਰੀਕਨਸਟਰਕਸ਼ਨ ਦੇ ਲਈ? ਤਾਂ ਇਹਦਾ ਮਤਲਬ ਵਰ ਲੱਗਿਆ ਹੋਏਗਾ ਤਾਂ ਪਲੂਰਲ ਆਊਗਾ। ਠੀਕ ਹੈ ਜੀ। ਹੁਣ 2004 ਵਿੱਚ ਪਲੂਰਲ ਕਿਹੜਾ ਪੈ ਗਿਆ? ਡਿਟੇਲਡ ਪ੍ਰਪੋਜ਼ਲਸ। ਬਸ ਤੁਸੀਂ ਹੁਣ ਜ਼ਿਆਦਾ ਦੇਖਣ ਦੀ ਲੋੜ ਹੀ ਨਹੀਂ ਸੀਗੀ। ਜਿੱਥੇ ਵੀ ਤੁਹਾਨੂੰ ਕੀਵਰਡ ਮਿਲ ਗਿਆ ਸੀਗਾ ਉੱਥੇ ਤੁਸੀਂ ਪਲੂਰਲ ਵਰਡ ਦੇਖੋ ਕਿਹੜਾ ਪਿਆ ਗਾ, ਤਾਂ ਗੈਸ ਵੀ ਤੁਹਾਡਾ ਸਹੀ ਜਾਊਗਾ। ਆਨਸਰ ਕੀ ਹੋਊਗਾ? ਪ੍ਰਪੋਜ਼ਲ। ਅਤੇ ਪ੍ਰੋਡਿਊਸ ਨੂੰ ਕੀ ਕਹਤਾ ਜੀ? ਡਰਾਉਣ ਅਪ। ਇਨ 2004 ਉਵੇਂ ਸੇਮ ਹੀ ਮਿਲ ਗਿਆ। ਅੱਗੇ 2007 ਦ ਡੈਸ਼ ਆਫ ਬੋਟ
1550 BC टुक प्लेस। बोट की किहड़ी चीज़ सीगी जिहड़ी होई, टुक प्लेस मैंने उहदा होना। 2007 इत्थों पढ़ो जी। हाँ आ मैं गया 2007। ਹੁਣ ਆਪਾਂ ਪੁੱਛਿਆ ਕਿ ਗਿਆ ਸੀਗਾ ਕਿਹੜੀ ਚੀਜ਼ ਸੀ ਬੋਟ ਦੀ ਹੋਈ। देयर वॉज ए मच इंथ्यूजियाजम, बहुत जोश ਸੀਗਾ, एंड स्पोर्ट ਸੀਗੀ, एंड एन ऑफिशियल लॉन्च ऑफ द प्रोजेक्ट वॉज हैल्ड एट इंटरनेशनल सैमीनार इन फ्रांस इन 2007। ਕਿਹੜੀ ਚੀਜ਼ ਹੋਈ ਸੀਗੀ ਫਿਰ ਜੀ? ਲਾਂਚ। ਇੱਧਰ ਦੇਖੋ, ਇੱਧਰ ਐਨ ਲੱਗਿਆ, ਇੱਧਰ ਦਾ ਆਰਟੀਕਲ ਲੱਗਿਆ ਹੋਏਗਾ, ਹੈ ਤਾਂ ਆਰਟੀਕਲ ਹੀ, ਪਰ ਕਿਹੜੀ ਚੀਜ਼ ਹੋਈ ਸੀ? ਲਾਂਚ। ਹੁਣ ਕਈਆਂ ਨੇ ਜੋ ਰੀਡਿੰਗ ਕੀਤੀ ਹੋਊਗੀ ਤਾਂ ਉਹਨਾਂ ਨੇ ਪ੍ਰੋਜੈਕਟ ਲਾਇਆ ਹੋਊਗਾ, ਪ੍ਰੋਜੈਕਟ ਨਹੀਂ ਆਉਣਾ ਸੀਗਾ ਕਿਉਂਕਿ ਪ੍ਰੋਜੈਕਟ ਦਾ ਆ ਪਿਆ ਜੀ, ਪ੍ਰੋਜੈਕਟ ਹੀ ਹੈ ਇਹ ਬੋਟ। ਇੱਥੇ ਪ੍ਰੋਜੈਕਟ ਕਹਿਤਾ, ਇੱਥੇ ਉਹਦਾ ਨੇਮ ਲੈਤਾ, ਤਾਂ ਕਿ ਆਨਸਰ ਸ਼ੁੱਡ ਬੀ ਲਾਂਚ। ਅੱਗੇ ਜੀ 5 2012 ਕੱਢੋ ਜੀ। ਦ ਬ੍ਰੋਂਜ ਏਜ ਡੈਸ਼ featured the boat and other objects। ਕਿਹੜੀ ਚੀਜ਼ ਨੇ ਫੀਚਰ ਕੀਤਾ, ਦਿਖਾਏ ਬੋਟ ਐਂਡ ਅਦਰ ਆਬਜੈਕਟਸ, ਹੋਰ ਚੀਜ਼ਾਂ। ਹਾਂਜੀ। ਮੀਨਵਾਈਲ ਦ ਐਗਜ਼ੀਬਿਸ਼ਨ ਵਾਜ਼ ਬੀਂਗ ਪ੍ਰਪੇਅਰ ਕੀਤੀ ਫॉर ਓਪਨਿੰਗ ਇਨ ਜੁਲਾਈ 2012 ਐਟ ਕੈਸਲ ਮਿਊਜ਼ੀਅਮ ਇਨ ਇੱਥੇ ਜੀ, entitled Beyond the Horizon, Society of the North Sea 350 years ago. It brought together for the first time a remarkable collection of bronze। ਕਿਹੜੀ ਚੀਜ਼ ਇਟ ਕਿਹਨੂੰ ਕਹਿ ਰਹੇ ਇਹ ਜੀ? ਐਗਜ਼ੀਬਿਸ਼ਨ। ਫਿਰ ਜਿਹੜੀ ਚੀਜ਼ ਉਹਨਾਂ ਨੇ ਦਿਖਾਈ, ਅਦਰ ਆਬਜੈਕਟਸ ਦਿਖਾਏ, ਠੀਕ ਹੈ, ਉਹ ਕਿਹੜੀ ਚੀਜ਼ ਹੈਗੀ? ਐਗਜ਼ੀਬਿਸ਼ਨ। ਅੱਗੇ ਨੈਕਸਟ ਜੀ, ਹੁਣ ਆਪਾਂ ਟਰੂ ਫਾਲਸ ਦੀ ਗੱਲ ਕਰਾਂਗੇ। ਟਰੂ ਫਾਲਸ ਵਿੱਚ ਵੀ ਤੁਸੀਂ ਧਿਆਨ ਰੱਖਣਾ ਹੈਗਾ ਜੀ, ਟਰੂ ਫॉर ਜੈਸ ਨੋ। ਅਸਲ ਵਿੱਚ ਕੁਆਲੀਫਾਈਂਗ ਵਰਡ ਹੁੰਦੇ ਇਹਦੇ ਵਿੱਚ ਕੁਝ, ਅਤੇ ਇੱਕ ਤੁਸੀਂ ਟਰੂ ਫਾਲਸ ਜਸਟ ਕੀਵਰਡ ਲੱਭ ਕੇ ਟਰੂ ਫਾਲਸ ਦੇ ਵਿੱਚ ਸਿਰਫ ਸਿੰਗਲ ਵਰਡ 'ਤੇ ਫੋਕਸ ਕਰੋਗੇ ਤਾਂ ਆਈ ਆਫਰ ਯੂ ਗਰੰਟੀ ਤੁਹਾਡੇ ਸਾਰੇ ਟਰੂ ਫਾਲਸ ਠੀਕ ਜਾਣਗੇ। ਹੁਣ ਦੇਖੋ ਆਪਾਂ ਸਿੰਗਲ ਵਰਡ 'ਤੇ ਕਿਵੇਂ ਹੈ, ਅਤੇ ਇੱਕ ਕੁਆਲੀਫਾਈਂਗ ਵਰਡ ਧਿਆਨ ਰੱਖਾਂਗੇ ਆਪਾਂ। ਹਾਂਜੀ, ਇਹਨਾਂ ਨੂੰ ਕੁਐਸਚਨ ਤੁਸੀਂ ਸਮਝਣਾ ਹੋਊਗਾ, ਜ਼ਿਆਦਾ ਕੁਐਸਚਨ 'ਤੇ ਫੋਕਸ ਕਰੋਗੇ ਤਾਂ ਜ਼ਿਆਦਾ ਆਨਸਰ ਠੀਕ ਜਾਣਗੇ ਤੁਹਾਡੇ। ਆਰਕੋਲੋਜਿਸਟਸ ਰੀਅਲਾਈਜ਼ ਦੈਟ ਦ ਬੋਟ ਹੈਡ ਬੀਨ ਡੈਮੇਜਡ ਔਨ ਪਰਪਸ। ਆਹ ਗੱਲ ਤਾਂ ਹੋਈ ਹੋਊਗੀ, ਠੀਕ ਹੈ ਜੀ, ਪਰ ਮੇਨ ਆਪਣਾ ਸਿੰਗਲ ਵਰਡ ਕਿਹੜਾ ਹੈਗਾ, ਅਤੇ ਆਪਾਂ ਫੋਕਸ ਕਿਸ ਚੀਜ਼ 'ਤੇ ਕਰਨਾ? ਔਨ ਪਰਪਸ। ਠੀਕ ਹੈ ਵੀ ਜਿਹੜੀ ਬੋਟ ਆਰਕੋਲੋਜਿਸਟ ਨੇ ਰੀਅਲਾਈਜ਼ ਕੀਤਾ ਕਿ ਬੋਟ ਡੈਮੇਜ ਕੀਤੀ ਗਈ ਸੀ ਔਨ ਪਰਪਸ, ਕਹਿੰਦਾ ਜਾਣ ਬੁੱਝ ਕੇ। ਇਹਦੇ ਸਿਨੋਨਮ ਕੁਛ ਹੁੰਦੇ ਆ, ਨੋਇੰਗਲੀ, ਇੰਟੈਂਸ਼ਨਲੀ ਅਤੇ ਡੈਲੀਬਰੇਟਲੀ। ਇਹਦੀ ਲੋਕੇਸ਼ਨ ਆ ਪਈ ਜੀ। ਦ ਬੋਟ ਵਾਸ ਨੋਟ ਰੈਕ, ਤਬਾਹ ਨਹੀਂ ਹੋਇਆ ਸੀਗਾ ਉਹ, ਬਟ ਹੈਡ ਬੀਨ ਡੈਲੀਬਰੇਟਲੀ। ਉੱਧਰ ਔਨ ਪਰਪਸ ਪਿਆ ਸੀਗਾ, ਬਸ ਜੇ ਉੱਧਰ ਵਰਡ ਸੇਮ ਮਿਲਦਾ ਗਾ ਤੁਹਾਨੂੰ, ਕੁਐਸਚਨ ਵਾਲਾ ਵਰਡ ਲੋਕੇਸ਼ਨ ਵਿੱਚ ਸੇਮ ਮਿਲਦਾ ਗਾ, ਠੀਕ ਹੈ ਜੀ, ਟਰੂ। ਜਿਹਦੇ ਓਪੋਜ਼ਿਟ ਮਿਲਦਾ ਫਾਲਸ, ਜੇਕਰ ਮਿਲਦਾ ਹੀ ਨਹੀਂ ਹੈਗਾ ਤਾਂ ਨਾਟ ਗਿਵਨ। ਜੇ ਹੁਣ ਆਪਾਂ ਨੂੰ ਡੈਲੀਬਰੇਟਲੀ ਵਰਡ ਜਾਂ ਔਨ ਪਰਪਸ ਜਾਂ ਨੋਇੰਗਲੀ ਜੇ ਨਾ ਮਿਲਦਾ ਤਾਂ ਨਾਟ ਗਿਵਨ ਹੋਣਾ ਸੀਗਾ। ਹੈਡ ਬੀਨ ਡੈਲੀਬਰੇਟਲੀ ਡਿਸਕਾਰਡਡ, ਡਿਸਕਾਰਡ ਕਰ ਦਿੱਤਾ ਗਿਆ ਸੀ, ਖਹਿੜਾ ਛੁਡਾ ਲਿਆ ਗਿਆ ਸੀ ਤੋਂ। ਡਿਸਮੈਂਟਲਡ, ਡਿਸਮੈਂਟਲ ਮੀਨਸ ਬਰੋਕ ਕਰ ਦਿੱਤਾ ਗਿਆ ਪੀਸਸ ਦੇ ਵਿੱਚ, ਐਂਡ ਬਰੋਕਨ, ਅਤੇ ਟੁੱਟ ਗਿਆ ਸੀਗਾ। ਹੁਣ ਜਿਹੜਾ ਬੋਟ ਸੀਗਾ, ਠੀਕ ਹੈ ਜੀ, ਕੀ ਹੋਇਆ ਸੀਗਾ? ਡੈਲੀਬਰੇਟਲੀ ਡੈਮੇਜ ਕੀਤਾ ਗਿਆ ਸੀ, ਅਤੇ ਆਨਸਰ ਸ਼ੁੱਡ ਬੀ ਟਰੂ। ਅਤੇ ਇਹੀ ਤਾਂ ਪੁੱਛਿਆ ਗਿਆ ਸੀ ਆਪਾਂ ਨੂੰ, ਔਨ ਪਰਪਸ। 7th ਇਨੀਸ਼ੀਅਲੀ ਓਨਲੀ। ਹੁਣ ਇੱਥੇ ਕੁਆਲੀਫਾਈਂਗ ਵਰਡ ਕਿਹੜਾ ਹੈਗਾ ਜੀ? ਓਨਲੀ। ਦ ਟੈਕਨੋਲੋਜੀਕਲ ਐਸਪੈਕਟਸ ਆਫ ਦ ਬੋਟ ਵਰ ਐਗਜ਼ਾਮਿਨਡ। ਸਿਰਫ ਜੇ ਤਾਂ ਇਹੀ ਐਸਪੈਕਟਸ ਕੀਤੀਆਂ ਗਈਆਂ ਫਿਰ ਤਾਂ ਇਹ ਟਰੂ ਆ, ਜੇਕਰ ਹੋਰ ਵੀ ਹੋਈਆਂ ਫਿਰ ਫਾਲਸ ਆ। ਜੇਕਰ ਇੱਦਾਂ ਦੀ ਗੱਲ ਹੀ ਨਹੀਂ ਹੋਈ ਐਸਪੈਕਟਸ ਦੀ, ਫਿਰ ਨਾਟ ਗਿਵਨ ਹੋਊਗਾ। ਇਹਦੀ ਲੋਕੇਸ਼ਨ
आप ही है जी। With the hindsight means initially it was significant that a important है कि the boat was found, boat ਨੂੰ ਲੱਭਿਆ ਗਿਆ and study examine ਨਾਲ ਇਹ ਗੱਲ ਆ ਗਈ ਜੀ, ਉਹਦਾ synonym ਮਿਲ ਗਿਆ examine by mainstream archaeologists who naturally focused on its cultural context। ਉਧਰ ਕੀ ਕਿਹਾ ਗਿਆ ਸੀਗਾ ਜੀ, ਮੇਨ ਕਿਹੜੀ ਚੀਜ਼ ਸੀਗੀ, ਟੈਕਨੋਲੋਜੀਕਲ ਐਸਪੈਕਟਸ, ठीक है जी ओनली, पर इधर की क्या है फोकस किस चीज़ से किया है, कल्चर कंटैक्स से। इस करके आंसर शुड बी फॉल्स। 8th जी, आर्कियोलॉजिस्ट went back to the site to try and find the missing northern of the end। went back to site find the missing north end of the boat। ਇਹਦੀ ਲੋਕੇਸ਼ਨ ਬਾਹਰ ਚਲੇ ਗਏ ਸੀਗੇ। ਦ ਪੋਸੀਬਿਲਿਟੀ ਆਫ ਰਿਟਰਨਿੰਗ ਡੋਵਰ ਟੂ ਸਰਚ ਫॉर द बोट कीवर्ड आ गई जी। ਅਨਐਕਸਕੇਵੇਟਡ ਨਾਰਦਰਨ एंड वॉज एक्सप्लोर किया गया सी, बट प्रैक्टिकल एंड फाइनैंशियल डिफिकल्टीज वर इनसरमाउंटेबल। इनसरमाउंटेबल की होंगे जी, चैलेंजिंग, डिफिकल्ट। ਜਿਹੜੀਆਂ ਫਾਈਨੈਂਸ਼ੀਅਲ ਤੇ ਪ੍ਰੈਕਟੀਕਲ ਡਿਫਿਕਲਟੀ ਸੀਗੀਆਂ ਉਹ ਕੀ ਸੀਗੀਆਂ, ਬਹੁਤ ਚੈਲੰਜਿੰਗ ਸੀਗੀਆਂ ਜੀ। ਇਸ ਕਰਕੇ ਜੀ ਆਨਸਰ ਕੀ ਹੋਣਾ ਚਾਹੀਦਾ ਹੈਗਾ, ਫਾਲਸ। Evidence found in 2004 suggested that the Brown Jay's boat had been used for trade। Trade ਲਈ 2004 ਆਪਾਂ ਹੁਣੇ ਲੱਭ ਗਏ ਸੀ। Brought together whether rather than the separated it reason today divided by language and archaeologist evidence was beginning to suggest। now question ਕੀ ਸੀਗਾ ਜੀ, evidence found in 2000 suggested that Brown Jay's boat had been used for trade। trade ਲਈ यूज़ ਕੀਤੀ ਗਈ ਸੀਗੀ ਉਹ, ਦੇਖੀਏ ਜੀ। archaeologist evidence was beginning to suggest a Brown Jay's community standing in the channel brought together by the sea rather than separated it to divided language and border। archaeologists had duty to inform the general public that नहीं जी, ਇੱਥੇ ਕੋਈ ਇੱਦਾਂ ਦੀ ਗੱਲ ਨਹੀਂ ਹੋਈ ਕਿ ਉਹ ਟ੍ਰੇਡ ਲਈ ਯੂਜ਼ ਕੀਤੀ ਗਈ ਸੀ ਕਿ ਨਹੀਂ। ਇਸ ਕਰਕੇ ਆਨਸਰ ਕੀ ਹੋਣਾ ਚਾਹੀਦਾ ਇਹਦਾ, ਨੋਟ ਗਿਵਨ। हाँ जी नैक्सट ही, हाउ फार अंडर द ग्राउंड वॉज द बोट फाउंड। ਕਿੰਨੀ ਕੁ ਦੂਰੀ 'ਤੇ ਉਹਨੂੰ ਲੱਭਿਆ ਗਿਆ ਸੀਗਾ। ਹੁਣ ਇੱਥੇ ਹਾਊ ਫਾਰ ਆ ਗਿਆ, ਇਹਦਾ ਮਤਲਬ ਕੀ ਹੋਣਾ ਗਾ, ਨੰਬਰ ਦੇ ਵਿੱਚ, ਫਿਗਰ ਦੇ ਵਿੱਚ ਤੁਹਾਡਾ ਆਨਸਰ ਹੋਊਗਾ ਜੀ। ਐਟ ਦ ਬੇਸ ਆਫ ਡੀਪ ਸ਼ਾਫਟ 6 ਮੀਟਰ ਬਿਲੋ ਦ ਮਾਡਰਨ ਸਟਰੀਟ ਅ ਵੁਡਨ ਸਟਰਕਚਰ ਵਰ ਰਿਵੀਲਡ। ਕਿੰਨਾ ਸੀਗਾ ਜੀ, 6 ਮੀਟਰ। What natural material had been secured to the boat to prevent water entering। ਕਿਹੜਾ ਨੈਚੁਰਲ ਮਟੀਰੀਅਲ ਯੂਜ਼ ਕੀਤਾ ਗਿਆ ਸੀ, ਕੁਐਸਚਨ ਤਬਦੀਲ ਕਰੋ ਜੀ। The seams had been made watertight by ਕਿਹਦੇ ਦੁਆਰਾ ਕੀਤਾ ਗਿਆ ਸੀਗਾ ਜੀ, ਮਟੀਰੀਅਲ ਆਪਾਂ ਕਿਹੜਾ ਬਤਾ, ਪੈਡਸ ਆਫ ਮਾਊਸ। ਇਸ ਕਰਕੇ ਬੋਟ ਨੂੰ ਵਾਟਰ ਐਂਟਰ ਨੂੰ ਰੋਕਣ ਦੇ ਲਈ ਕਿਹੜਾ ਮਟੀਰੀਅਲ ਯੂਜ਼ ਕੀਤਾ ਗਿਆ ਸੀਗਾ, ਉਹ ਸੀਗਾ ਪੈਡਸ ਆਫ ਮਾਊਸ। What aspects of the boat was the focus of the 2012 restrictions। focus किस चीज़ ते सीगा जी, what aspect of boat was 2012 restrictions। a keyword मिल गया जी। in 2012 however the hull shape was at the center of the work। ਕਿਹੜੀ ਚੀਜ਼ ਸੀਗੀ ਫੋਕਸ ਤੇ ਜੀ, ਫਿਰ ਫੋਕਸ ਨੂੰ ਸੈਂਟਰ ਕਹਿਤਾ ਜੀ, ਤੇ ਚੀਜ਼ ਕਿਹੜੀ ਸੀ, ਦਾ ਹੱਲ ਸ਼ੇਪ।
shape. Which two factors influenced the decision not to make a full scale reconstruction of boat? हाँ जी, ਕਿਹੜੇ ਦੋ ਫੈਕਟਰ ਨੇ ਪ੍ਰਭਾਵਿਤ ਕੀਤਾ ਕਿ ਫੁੱਲ ਸਕੇਲ ਰੀਕਨਸਟਰਕਸ਼ਨ ਬੋਟ ਦੀ ਨਾ ਬਣਾਈ ਜਾਵੇ ਫੁੱਲ ਸਕੇਲ 'ਤੇ? ਹਾਂਜੀ ਇੱਥੋਂ ਪੜ੍ਹੋ ਜੀ। It was decided to make the replica half scale, ਕਾਪੀ ਕਰਨਾ ਜੀ ਕਿਹਦੀ ਜੀ? ਹਾਫ ਸਕੇਲ for reasons of cost and time। ਇਸ ਕਰਕੇ ਹਾਫ ਸਕੇਲ ਬਣਾਉਣਾ, ਇਹ ਡਿਸਾਈਡ ਕੀਤਾ ਕਿ ਹਾਫ ਸਕੇਲ ਬਣਾਓ, ਪਰ ਰੀਜ਼ਨ ਕੀ ਸੀਗਾ ਉਹਦਾ? ਕੋਸਟ ਐਂਡ ਟਾਈਮ। ਇਟ ਮੀਨਸ ਫੁੱਲ ਸਕੇਲ ਕਿਉਂ ਨਹੀਂ ਬਣਾਈ ਸੀਗੀ? ਕਿਉਂਕਿ ਉਹਨਾਂ ਨੇ ਹਾਫ ਸਕੇਲ ਬਣਾਈ ਸੀ, ਪਰ ਹਾਫ ਸਕੇਲ ਬਣਾਉਣ ਦਾ ਕਾਰਨ ਕੀ ਸੀ? ਕੋਸਟ ਐਂਡ ਟਾਈਮ। ਇਸ ਕਰਕੇ ਜਦੋਂ ਵੀ ਤੁਸੀਂ ਟਰੂ ਫਾਲਸ ਨੋਟ ਕਰਨੇ ਆ, ਟਰੂ ਫਾਲਸ ਨੋਟ ਗਿਵਨ ਜਾਂ ਜੈਸ ਨੋ, ਤਾਂ ਤੁਸੀਂ ਦੋ ਹੀ ਚੀਜ਼ਾਂ 'ਤੇ ਧਿਆਨ ਦੇਣਾ ਜੀ। ਕੁਆਲੀਫਾਈਂਗ ਵਰਡ ਕਾਫੀ ਹੁੰਦੇ ਨੇ ਇਹ, ਪਰ ਨੋਟ ਕਰੋਗੇ ਤੁਹਾਨੂੰ ਆਟੋਮੈਟਿਕਲੀ ਮਾਈਂਡ ਵਿੱਚ ਬੈਠਦੇ ਜਾਣਗੇ ਤੁਹਾਡੇ। ਸੈਕਿੰਡ ਚੀਜ਼ ਜੀ, ਸਿੰਗਲ ਵਰਡ 'ਤੇ ਖਾਸ ਧਿਆਨ ਦਿਆ ਕਰੋ ਜੀ। ਫਿਲ ਇਨ ਦੀ ਬਲੈਂਕਸ, ਕੁਐਸਚਨ 'ਚ ਤਬਦੀਲ ਕਰਨਾ ਸਵਾਲ ਨੂੰ, ਪਲੱਸ ਪਾਰਟਸ ਆਫ speech. These are the golden tips. You can improve your reading. Thank you very much.